जी अस्सलाम वालेकुम। आज हम ऐसे गांव में मौजूद हैं कि जो तहसील शरीफपुर शरीफ पीपी 140 और एन 114 का देहातों में सबसे बड़ा देहात है। यहाँ पर जो है बहुत बड़ा अपसेट हुआ है। अपसेट मैं कहता हूँ इस तरह हुआ है कि जो जो मेरे इर्द गिर्द लोग बैठे हैं ना इन्होंने अपनी जमात को सियासी जलसा किया है, ना इन्होंने कोई कट्टे खिलाए हैं, ना इन्होंने कोई बकरे खिलाए हैं। इन लोगों ने पता नहीं किस तरह कंपेन की है कि इन्होंने जो दूसरी जमात थी ना, जमातों के नाम भी आप सुन लेंगे, उनकी 1000 से ज़्यादा लीड वो एक्सपेक्ट कर रहे थे। उनकी ना सिर्फ लीड ख़त्म की है बल्कि यहाँ से अपनी जमात को तकरीबन जो है दोनों जो है जो पीपी 140 की जो नशिस्त थी और एन 114 की नशिस्त थी वो जो है तकरीबन 400 की वोट की लीड से जितवाई हैं। हम इनसे बातचीत करते हैं इन्होंने किया क्या। साथ जो है हमारे बड़े भाई हैं, इनसे पहले पूछते हैं भाई जान क्या इलेक्शन की स्ट्रेटजी आपकी क्या रही है। लोगों को पैसे दिए हैं कि लोगों को डराया धमकाया है, क्या ऐसा तरीका आपने अपनाया है कि ना आपके साथ कोई बड़े बड़े चौधरी थे, इलेक्शन आप जीत गए, इसकी वजह। इमरान भाई इनकी साफ जी सादी जी वजह है कि एक तो वोटर जड़ा साडे पिंड शौर वाला सी ਜਿਹੜੇ कि इमरान खान ਨੂੰ पसंद करते हैं। फिर सानू दूसरा अज मिले कि साढ़े ਜਿਹੜੇ ਬਾਹਰ दूसरे मुल्कों ਹੁੰਦੇ ਨੇ ओवरसीज़ ਉਹ भाई आए हैं यंग जनरेशन ਜਿਹੜੀ ਉਹ इमरान खान ਨਾਲ ਜਨੂਨ ਦੀ ਹੱਦ तक प्यार करते सर। स्ट्रैटजी कोई सारे असी नफीस भाई हैं, उमर भाई, इमरान भाई, तफीक भाई, सारे असी कज़नां ने दोस्तां ने ਜਿਹੜੀ ਸਾਡੀ सारी टीम सी ਅਸੀਂ ਇੱਕ ਮਸ਼ਵਰਾ ਕੀਤਾ ਕਿ ਅਸੀਂ ਇੱਥੇ ਜਲਸੇ ਜਲੂਸ ਵਾਲਾ ਟ੍ਰੈਂਡ ਨਹੀਂ ਕਰਦੇ। ਡੋਰ ਟੂ ਡੋਰ ਗਏ ਹਾਂ, ਠੀਕ ਹੈ, ਰਿਕੁਐਸਟ ਕੀਤੀ ਹੈ। ਜਿਸ ਤਰ੍ਹਾਂ ਕਿ ਮੈਂ ਪਹਿਲੇ ਦੱਸਿਆ ਕਿ ਇਮਰਾਨ ਖਾਨ ਦੇ ਤੇ ਸਪੋਰਟਰ ਬਹੁਤ ਜ਼ਿਆਦਾ ਸਨ ਤੇ ਬਸ ਉਹਨਾਂ ਨੂੰ ਥੋੜਾ ਪੋਲਿਸ਼ ਕਰਨਾ ਪਿਆ ਹੈ। ਕੁਝ ਲੋਕ ਐਸੇ ਹਨ ਜਿਨ੍ਹਾਂ ਨੂੰ ਆਪਣੇ ਪਹਿਲੋਂ ਦੇ ਜਿਹੜੇ ਜਿਨ੍ਹਾਂ ਨੂੰ ਕੋਈ ਗਿਲੇ ਸ਼ਿਕਵੇ ਸਨ ਉਹਨਾਂ ਦੇ ਦੂਰ ਕੀਤੇ ਨੇ, ਮਿੰਨਤ ਸਮਾਜਤ ਕੀਤੀ ਹੈ ਤੇ ਅਲਹਮਦੁਲਿਲਾ ਇੱਥੇ ਤਕਰੀਬਨ ਜਿਹੜੇ ਜਿਸ ਤਰ੍ਹਾਂ ਕਿ ਤੁਸੀਂ ਆਖਿਆ ਕਿ ਇੱਥੇ 1000 ਦੀ ਲੀਡ ਆਖਦੇ ਹਨ, ਕੋਈ 700 ਦੀ ਆਖਦੇ ਹਨ, ਕੋਈ 1000 ਪਲੱਸ ਆਖਦੇ ਹਨ, ਕੋਈ 500 ਪਲੱਸ ਵੀ ਆਖਦੇ ਹਨ। ਲੇਕਿਨ ਅੱਲਾ ਨੇ ਰਹਿਮਤ ਕੀਤੀ ਅਲਹਮਦੁਲਿਲਾ ਕਿ ਉਲਟੀ ਉਹਨਾਂ ਨੂੰ ਲੀਡ ਲੱਗੀ ਤਕਰੀਬਨ 350 ਦੀ ਇਹੀ ਫੁੱਲ ਵੱਲੋਂ ਯਾਨੀ ਅਰਸ਼ਦ ਤੇ ਪੀਪੀ 140 ਦੀ ਗਈ 395 ਦੀ ਆਲਮੋਸਟ 400 ਦੀ ਹੋ ਗਈ। ਇਹਦੇ 'ਚ ਸਾਰਿਆਂ ਦਾ ਕੰਟਰੀਬਿਊਸ਼ਨ ਸੀ, ਸਾਰੇ ਸਾਡੇ ਬਜ਼ੁਰਗਾਂ ਦੀਆਂ ਦੁਆਵਾਂ ਸਾਡੇ ਨਾਲ ਸਨ। ਮਲਕ ਫਰਮੈਸ਼ ਸਾਹਿਬ, ਡਾਕਟਰ ਰਫੀਕ ਸਾਹਿਬ, ਇਸ ਤਰ੍ਹਾਂ ਚਾਚਾ ਮਨੀਰ ਹਾਮੂਕਾ ਨੇ, ਉਸ ਤੋਂ ਬਾਅਦ ਕਾਲਾ ਬਰਾਦਰੀ ਸੀ, ਮੇਰਾ ਦੋਸਤ ਬੈਠਾ ਹੈ ਮਲਕ ਫਰੂਕ ਇਹ ਸੀ, ਉਸ ਤੋਂ ਬਾਅਦ ਵਿਕਾਸ ਰਸ਼ੀਦ ਕਾਲਾ ਸੀ, ਦੀਗਰ ਬਹੁਤ ਸਾਰੇ ਨੇ। ਇਸ ਤਰ੍ਹਾਂ ਨਾ ਗੁਣਵਾਵਾਂਗਾ ਤੇ ਕੰਮ ਪੈ ਜਾਣਗੇ। ਮਲਕ ਵਸੀਮ ਅਸਲਮ ਸਪੈਸ਼ਲੀ ਅਲਹਮਦੁਲਿਲਾ ਅੱਲਾ ਪਾਕ ਨੇ ਸਾਨੂੰ ਸਾਰਿਆਂ ਨੂੰ ਇੱਜ਼ਤ ਦਿੱਤੀ ਹੈ ਤੇ ਇਹ ਸਾਰਿਆਂ ਦੀ ਇਕੱਠੀ ਕਾਵਸ਼ ਨਾ ਹੋਇਆ। ਕੋਈ ਇਹਦੇ 'ਚ ਇੱਕ ਬੰਦਾ ਐਸਾ ਨਹੀਂ ਜਿਹੜਾ ਕਹਿ ਸਕੇ ਇਹ ਕ੍ਰੈਡਿਟ ਮੈਨੂੰ ਜਾਂਦਾ ਹੈ, ਇਹ ਕ੍ਰੈਡਿਟ ਮੋਸਟਲੀ ਇਮਰਾਨ ਖਾਨ ਨੂੰ ਜਾਂਦਾ ਹੈ, ਬਾਕੀ ਸਾਰੇ ਅਸੀਂ ਉਹਦੇ ਵਰਕਰ ਸਾਂ। ਇਸ ਤੋਂ ਪਹਿਲੇ ਇਲੈਕਸ਼ਨ ਹੁੰਦੇ ਸਨ, ਇੱਕ ਪਾਰਟੀ ਜਿੱਤਦੀ ਸੀ, ਉਹਨੇ ਇੱਥੇ ਆਤਿਸ਼ਬਾਜ਼ੀ ਕਰਨੀ, ਢੋਲ ਢਮੱਕੇ ਕਰਨੇ, ਦੂਸਰਿਆਂ ਦੇ ਦਰਵਾਜ਼ਿਆਂ ਅੱਗੇ ਜਾ ਕੇ ਵੋਟਿੰਗ ਕਰਨੀ, ਚੀਹੋ ਪੁਕਾਰ ਕਰਨੀ, ਅਸੀਂ ਉਹ ਵੀ ट्रेंड खत्म किया। ट्रेंड खत्म, वेरी गुड जी, बिल्कुल साढ़े खास तौर पे एक बड़ी अच्छी रिवायत कायम हुई है। अगले इलेक्शनों वास्ते बड़ी अच्छी रिवायत है कि इस तरह नहीं होनी चाहिए। ਜਿਹੜੇ ਸਾਡੇ ਸਿਆਸੀ ਸਾਡੇ ਆਪਣੇ ਨੇ, ਰਿਸ਼ਤੇਦਾਰ ਨੇ, ਰਿਲੇਟਿਵ ਨੇ, ਦੋਸਤ ਅਹਿਬਾਬ ਨੇ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨੇ। ਉਹਨਾਂ ਸਾਨੂੰ ਮੁਬਾਰਕਬਾਦਾਂ ਦਿੱਤੀਆਂ, ਵੈਰੀ ਗੁੱਡ, ਐਪਰੀਸ਼ੀਏਟ ਕੀਤਾ, ਉਹਨਾਂ ਦੀ ਵੀ ਬੜੀ ਮਿਹਰਬਾਨੀ। ਗੁੱਡ। ਇਸ ਭਾਈ ਕੋਈ ਗੱਲ ਦੱਸੋ, ਇਸ ਇਲੈਕਸ਼ਨ ਦੇ ਵਿੱਚ ਸੁਣਿਆ ਕਿ ਪੀਟੀਆਈ ਨੂੰ ਬੜਾ ਥ੍ਰੈਟ ਕੀਤਾ ਗਿਆ ਹੈ, ਵੋਟਰਸ ਨੂੰ ਡਰਾਇਆ ਗਿਆ, ਉਹਨਾਂ ਦੇ ਸਪੋਰਟਰਸ ਨੂੰ ਡਰਾਇਆ ਗਿਆ, क्या कोई इवें वाकयात भी होए ने इस पिंड च भी? रहमान रहीम इनके तो ज़्यादा वाकयात, बहुत ज़्यादा वाकयात होए ने। पहली गल जी है ना भी इतों PTI कामयाब क्यों हुई है, जिन्ने भी साढ़े भरा ने, दोस्त रिश्तेदार बजुर्ग ਜਿਹੜੇ ਨਾਲ ਲੱਗੇ ਸਨ, ਇਹਨਾਂ ਵਾਸਤੇ ਇਹਨਾਂ ਨੇ ਇਮਰਾਨ ਖਾਨ ਨੂੰ ਵੋਟ ਦਿੱਤੇ ਨੇ। ਠੀਕ, ਕਿਸੇ ਨੇ ਇਹ ਨਹੀਂ ਕਿਹਾ ਯਾਰ ਵੈਸ ਉਮਰ ਵੈਸ ਵਾਸਤੇ ਚਾਹੀਦੇ ਨੇ ਜਾਂ ਅਰਸ਼ਦ ਮੰਡੇ ਵਾਸਤੇ ਚਾਹੀਦੇ ਨੇ। ਹਰ ਬੰਦੇ ਨੇ ਇਹ ਕੋਸ਼ਿਸ਼ ਕੀਤੀ ਯਾਰ ਇਮਰਾਨ ਖਾਨ ਨੂੰ ਵੋਟ ਦਿਓ। ਇੱਥੋਂ ਜਿੱਤਣ ਦਾ ਸਭ ਤੋਂ ਵੱਡਾ ਰਾਜ਼ ਇਹ ਹੀ ਹੋਇਆ ਹੈ। ਲੀਡ ਕਿਵੇਂ ਵੱਜੀ ਹੈ, ਇੱਕ ਤਾਂ ਜਿੰਨੇ ਸਾਰੇ ਵੱਡੇ ਚੌਧਰੀ ਸਨ ਉਹ ਇੱਕ ਪਾਸੇ ਹੋ ਗਏ ਸਨ। ਇਹ ਸ਼ੁਰੂ ਤੋਂ ਰੀਤ ਰਹੀ ਹੈ ਕਿ ਜਿਹੜੇ ਵੱਡੇ ਚੌਧਰੀ ਜਿੱਧਰ ਹੋ ਜਾਣ ਨਾ ਉਧਰ ਅੱਲਾ ਦੀ ਖੈਰ ਹੀ ਹੁੰਦੀ ਹੈ, ਬਾਕੀ ਵੋਟ ਉਧਰ ਨਹੀਂ ਜਾਂਦੇ। ਇਹ ਗਿਆ ਡਰਾਉਣ ਵਾਲਾ ਮਸਲਾ ਤੇ ਕੋਟ ਮਹਿਮੂਦ ਦੇ ਵਿੱਚ ਸਭ ਤੋਂ ਜ਼ਿਆਦਾ ਮੈਨੂੰ ਜਿਹੜਾ ਨਾ ਡਰਾਇਆ ਗਿਆ ਹੈ।
ਹਰ ਰੋਜ਼ ਦੂਸਰੇ ਦਿਨ ਕੋਈ ਨਾ ਕਿਸੇ ਬੰਦੇ ਹੱਥ ਪੈਗਾਮ ਆ ਜਾਂਦਾ ਸੀ ਪਰ ਤੂੰ ਉਹਨਾਂ ਦੀ ਹਿੱਟ ਲਿਸਟ ਤੇ ਵੇਂ। ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਕਿ ਮਲਕ ਅਜ਼ੀਮ ਬੈਠੇ ਨੇ, ਜੀ ਇਹ ਮੇਰੇ ਦੋਸਤ ਵੀ ਨੇ, ਮੇਰੇ ਕਲਾਸ ਫੈਲੋ ਵੀ ਨੇ। ਇਹਨਾਂ ਨੇ ਇਲੈਕਸ਼ਨ ਡੇ ਵਾਲੇ ਦਿਨ ਵੀ ਮੈਨੂੰ ਆ ਕੇ ਕਿਹਾ ਸੁਬਾਹ 6 ਵਜੇ, ਹਾਈ ਸਾਹਿਬ ਤੁਸੀਂ ਜ਼ਰਾ ਆਪਣਾ ਖਿਆਲ ਕਰਨਾ। ਮੈਂ ਆਖਿਆ ਜੀ ਕੀ ਹੋਇਆ? ਇਹ ਜੀ ਐ ਮੈਂ ਗੱਲ ਸੁਣੀ। ਮੈਂ ਆਖਿਆ ਕੋਈ ਗੱਲ ਨਹੀਂ। ਮੈਂ ਉੱਤੇ ਵੇਖਿਆ, ਉੱਤੇ ਨੀਲਾ ਅਸਮਾਨ ਸੀ, ਅੱਲਾ ਨੂੰ ਵੇਖਿਆ। ਮੈਂ ਕਿਹਾ ਅੱਲਾ ਦੀ ਮਦਦ ਸਾਡੇ ਨਾਲ ਸ਼ਾਮਲ ਹੈ, ਅੱਲਾ ਪਾਕ ਸਾਨੂੰ ਕਾਮਯਾਬ ਕਰੇਗਾ। ਸਾਡੇ ਓਵਰਸੀਜ਼ ਸਨ, ਉਹਨਾਂ ਨੇ ਸਾਡਾ ਬੜਾ ਹੌਸਲਾ ਵਧਾਇਆ ਸੀ। ਜਿਹੜੇ ਸਾਡੇ ਭਰਾ ਕੋਈ ਤੋਂ ਜ਼ਿਆਦਾਤਰ ਜਿਹੜੀ ਅਕਸਰੀਅਤ ਉਹ ਸਾਊਦੀਆ ਤੋਂ ਆਈ ਸੀ। ਔਰ ਇੱਕ ਹੋਰ ਜਿਹੜਾ ਹੈ ਨਾ ਵੱਡੀ ਗੱਲ ਹੈ, ਸਾਡੇ ਤੇ ਇੱਕ ਐਲੀਗੇਸ਼ਨ ਲੱਗਦਾ ਹੁੰਦਾ ਸੀ ਕਿ ਯਾਰ ਇਹ ਜਿੱਧਰ ਮੰਡੇ ਜਾਂਦੇ ਨੇ ਉੱਧਰ ਹੀ ਜਾਂਦੇ ਨੇ। ਜਿਵੇਂ ਮੇਰੇ ਛੋਟਾ ਭਾਈ ਹੈ ਤਨਵੀਰ, ਇਹਨੇ ਵੀ ਕਿਹਾ ਸਾਊਦੀਆ ਅਲੀ ਅਸਗਰ ਨਾਲ ਮੁਲਾਕਾਤ ਹੋਈ। ਮੈਂ ਕਿਹਾ ਭਾਜੀ ਜੇ ਹੁਣ ਤੁਸੀਂ ਕਦੀ ਇਮਰਾਨ ਖਾਨ ਨੂੰ ਛੱਡ ਵੀ ਜਾਓ ਨਾ, ਅਸੀਂ ਨਹੀਂ ਜੋ ਛੱਡਣਾ ਇਮਰਾਨ ਖਾਨ ਨੂੰ। ਸਾਡਾ ਜੀਣਾ ਮਰਨਾ ਜਿਹੜਾ ਨਾ ਇਮਰਾਨ ਖਾਨ ਦੇ ਨਾਲ ਹੀ ਹੋਣਾ। ਹਰ ਬੰਦੇ ਨੇ ਇਮਰਾਨ ਖਾਨ ਨੂੰ ਵੋਟ ਦਿੱਤਾ, ਹਰ ਬੰਦੇ ਨੇ ਇਮਰਾਨ ਖਾਨ ਦੇ ਨਜ਼ਰੀਏ ਨੂੰ ਵੋਟ ਦਿੱਤਾ, ਹਰ ਬੰਦੇ ਨੇ ਇਮਰਾਨ ਖਾਨ ਨੂੰ ਸਮਝ ਕੇ ਆਪਣੇ ਆਪ ਨੂੰ ਇਮਰਾਨ ਖਾਨ ਸਮਝ ਕੇ ਉਹਦੀ ਸਪੋਰਟ ਕੀਤੀ। ਯੂਥ ਸਾਡੇ ਯੂਥ ਨੂੰ ਇਲੈਕਸ਼ਨ 'ਚ ਆਉਣਾ ਚਾਹੀਦਾ। ਯੂਥ ਵਾਸਤੇ ਸੋਰਸ ਆਫ ਇਨਸਪਾਇਰੇਸ਼ਨ ਹੋਵੇ। ਜਿਹੜੀਆਂ ਚੀਜ਼ਾਂ ਤੁਸੀਂ ਇਸ ਇਲੈਕਸ਼ਨ ਚੈੱਕ ਕੀਤੀਆਂ ਨੇ, ਓਬਜ਼ਰਵ ਕੀਤੀਆਂ ਨੇ, ਜਿਹੜੀਆਂ ਤੁਸੀਂ ਕਿਹਾ ਕਿ ਵਾਕਿਆ ਹੀ ਜਿਹੜੀ ਪਾਕਿਸਤਾਨੀ ਯੂਥ ਹੈ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਹੈ ਨਾ ਸਿਰਫ ਆਪਣਾ ਵੋਟ ਦਾ ਇਸਤੇਮਾਲ ਕਰੇ ਤੇ ਬਲਕਿ ਇਸ ਮੁਲਕ ਦੀ ਤਕਦੀਰ ਵੀ ਬਦਲ ਸਕਦੀ ਹੈ। ਕੋਈ ਐਕਸਪੀਰੀਅੰਸ? ਮਲਟੀ ਐਕਸਪੀਰੀਅੰਸ ਇਲੈਕਸ਼ਨ ਸੀ। ਯਕੀਨ ਕਰੋ ਕਿ ਐਸੀ ਚੀਜ਼ਾਂ ਨਜ਼ਰ ਆਈਆਂ ਜਿਹੜੇ ਤਰੀਕੇ ਪਹਿਲੇ ਨਹੀਂ ਦੇਖੀਆਂ। ਜੀ ਸਭ ਤੋਂ ਪਹਿਲੇ ਤੇ ਮੈਂ ਇਵੇਂ ਦਾ ਸ਼ੌਰ ਪਹਿਲੇ ਜ਼ਿੰਦਗੀ 'ਚ ਕਦੀ ਨਹੀਂ ਵੇਖਿਆ ਜੋ ਕਿ ਇਸ ਇਲੈਕਸ਼ਨ 'ਚ ਵੇਖਿਆ ਹੈ। ਹਰ ਬੰਦਾ ਅਵੇਅਰ ਸੀ ਮੇਰੀ ਡਿਊਟੀ ਕੀ ਹੈ, ਮੈਂ ਕੀ ਕਰਨਾ ਹੈ, ਮੈਂ ਇਮਰਾਨ ਖਾਨ ਨਜ਼ਰੀਏ ਨੂੰ ਕਿਵੇਂ ਪ੍ਰਮੋਟ ਕਰਨਾ ਹੈ। ਸਾਡਾ ਸੈਂਪਲ ਸਾਇੰਸ ਦਾ ਬੜਾ ਮਸਾਇਲ ਸਨ। ਨੌਜਵਾਨਾਂ ਨੇ ਘਰ ਘਰ ਜਾ ਕੇ ਡੋਰ ਟੂ ਡੋਰ ਸਾਡੇ ਮਾਵਾਂ ਭੈਣਾਂ ਨੂੰ ਸੈਂਪਲ ਸਮਝਾਏ। ਸਾਡਾ ਸੈਂਪਲ ਐਵੇਂ ਰਟਾਇਆ ਗਿਆ ਕਿ ਇਲੈਕਸ਼ਨ ਡੇ ਤੇ ਹਰ ਬੰਦੇ ਨੂੰ ਇਹ ਪਤਾ ਸੀ ਕਿ ਫੁੱਲ ਕਿੱਥੇ ਵੇ, ਟਾਈਪਿੰਗ ਮਸ਼ੀਨ ਕਿੱਥੇ ਵੇ। ਇਹ ਸਾਰਾ ਨੌਜਵਾਨ ਕਿਆਦਤ ਦੇ ਜ਼ਿੰਮੇ ਸੀ। ਚੀਜ਼ ਜੇ ਜ਼ਿਕਰ ਕੀਤਾ ਹੈ ਉਹ ਸਾਰੇ ਇੰਨੇ ਕੁ ਜਜ਼ਬੇ ਦੇ ਨਾਲ ਇਲੈਕਸ਼ਨ ਲੜ ਰਹੇ ਸਨ ਕਿ ਇਲੈਕਸ਼ਨ ਡੇ ਤੇ ਸਾਨੂੰ ਕਨਵੀਨੈਂਸ ਪ੍ਰੋਬਲਮ ਨਹੀਂ ਸੀ। ਲੋਕ ਪੈਦਲ ਜਾਂਦੇ। ਸਕੂਲ ਵਿੱਚ ਔਰਤਾਂ ਦਾ ਪੋਲਿੰਗ ਸਟੇਸ਼ਨ ਸੀ, ਕੰਜਸਟਡ ਸੀ। ਔਰਤਾਂ 3-3 4-4 5-5 ਘੰਟੇ ਵੀ ਖਲੋ ਕੇ ਉਹਨਾਂ ਵੋਟ ਕਾਸਟ ਕੀਤਾ। ਈਵਨ ਰੋਜ਼ੇ ਦੇ ਨਾਲ 8 ਵਜੇ ਤੱਕ ਵੀ ਉਹਨਾਂ ਮਸਾਇਲ ਬਰਦਾਸ਼ਤ ਕਰਕੇ ਵੋਟ ਪੋਲ ਕੀਤਾ। ਉਹਨਾਂ ਨੇ ਇਸ ਵੋਟ ਦੀ ਜਿਹੜੀ ਕੀਮਤੀ ਚੀਜ਼ ਹੈ ਇਹਨੇ ਅਹਿਸਾਸ ਨੂੰ ਜ਼ਿੰਦਾ ਰੱਖਿਆ ਹੈ। ਮੈਂ ਸਮਝਦਾ ਹਾਂ ਕਿ ਅਗਲੇ ਇਲੈਕਸ਼ਨਾਂ ਦੇ ਵਿੱਚ ਇਹ ਜਿਹੜੀ 45% ਜਿਹੜੀ ਯੂਥ ਹੈ ਹਮੇਸ਼ਾ ਡਿਸਾਈਸਿਵ ਰੋਲ ਇਹਨਾਂ ਦਾ ਹੋਏਗਾ। ਉਹ ਆਪਣੇ ਬਜ਼ੁਰਗਾਂ ਨੂੰ ਵੀ ਮੋਲਡ ਕੀਤਾ ਹੈ। ਸਾਡੇ ਕੋਲ ਕਾਫੀ ਮਿਸਾਲਾਂ ਨੇ। ਮਲਕ ਅਜ਼ੀਮ ਸਾਹਿਬ ਨੇ ਇਹਨਾਂ ਆਪਣੀ ਪੂਰੀ ਬਰਾਦਰੀ ਨੂੰ ਲੀਡ ਕੀਤਾ ਹੈ, ਸਾਡੇ ਹੱਕ 'ਚ ਮੋਲਡ ਕੀਤਾ ਹੈ। ਵਿਕਾਸ ਰਸ਼ੀਦ ਨੇ, ਬਾਕੀ ਮਾਮਲਾਤ ਨੇ। ਮੈਂ ਨਾਂ ਲਵਾਂ ਤੇ ਸਾਡਾ ਯੰਗ ਪਲੇਅਰ ਹੈ ਫਰਾਜ਼, ਇੰਤਹਾਈ ਮਿਹਨਤੀ ਬੱਚਾ ਹੈ। ਸਾਡੇ ਕੋਲ ਇੱਕ ਬੜੀ ਬਿਹਤਰੀਨ ਟੀਮ ਸੀ। ਵੈਰੀ ਗੁੱਡ। ਔਰ ਇਸ ਟੀਮ ਨੇ ਸਾਨੂੰ ਕਿਤੇ ਵੀ ਮਾਯੂਸ ਨਹੀਂ ਕੀਤਾ। ਉਹਨਾਂ 100% ਦਿੱਤਾ ਹੈ ਤੇ ਉਹਦਾ 100% ਨਤਾਇਜ ਤੁਹਾਡੇ ਸਾਹਮਣੇ। ਜਾ ਕੇ ਇੱਥੇ ਬੰਦਾ ਪਟਵਾਰੀ ਹੁੰਦਾ, ਨੂਨ ਲੀਗ ਨੂੰ ਵੋਟ ਦੇ ਰਿਹਾ ਹੁੰਦਾ ਹੈ। ਬਾਹਰ ਜਦੋਂ 에ਅਰਪੋਰਟ ਤੋਂ ਬੰਦਾ ਜਦੋਂ ਜਾਂਦਾ ਹੈ ਉਹਦੇ 'ਚ ਕੀ ਤਬਦੀਲੀ ਆ ਜਾਂਦੀ ਹੈ ਕਿ ਉਹ ਆਉਂਦਾ ਕਿ ਮੈਂ ਵੋਟ ਇਮਰਾਨ ਖਾਨ ਨੂੰ ਦੇਣਾ ਹੈ। ਇਹਦੀ ਰੀਜ਼ਨ ਕੀ, ਤੁਸੀਂ ਕੀ ਫੀਲ ਕੀਤਾ? ਵੱਡੀ ਰੀਜ਼ਨ ਅਸੀਂ ਇਹੋ ਹੀ ਕਿ ਅਸੀਂ ਜਿਹੜੇ ਬਾਹਰ ਜਾ ਰਹੇ ਹਾਂ ਅਸੀਂ ਕਿਉਂ ਜਾ ਰਹੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੀ ਇਹ ਹੈ ਨਾ ਜੀ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਗੁਜ਼ਸ਼ਤਾ 30-35 ਸਾਲ ਤੋਂ ਜਿਹੜੇ ਜਮਾਤ ਦੀ ਇਜਾਰਾਦਾਰੀ ਹੈ ਉਹਨੇ ਸਾਨੂੰ ਕਿਸ ਹਾਲ ਤੇ ਪਹੁੰਚਾਤਾ ਹੈ ਕਿ ਸਾਨੂੰ ਆਪਣਾ ਮੁਲਕ ਛੱਡਣਾ ਪੈ ਜਾਂਦਾ। ਪਹਿਲੇ ਤਾਂ ਸਾਨੂੰ ਉਹੀ ਮਾਯੂਸੀ ਹੁੰਦੀ ਹੈ। ਉਹ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਸੋਚਣ ਤੇ ਮਜਬੂਰ ਹੋ ਗਏ ਹਾਂ ਸਾਰੇ ਓਵਰਸੀਜ਼ ਕਿ ਯਾਰ ਆਖਰ ਇਹਦੀ ਵਜ੍ਹਾ ਕੀ ਹੈ ਇਹਦੀ ਕਿ ਸਾਨੂੰ ਬਾਹਰ ਆਉਣਾ ਪੈਂਦਾ। ਫਿਰ ਅਸੀਂ ਉੱਥੋਂ ਦੇ ਕਾਨੂੰਨ ਦੇਖਣੇ ਆ, ਉਹਨਾਂ ਦਾ ਇਹਤਰਾਮ ਦੇਖਣੇ ਆ, ਪਾਕਿਸਤਾਨ 'ਚ ਦੇਖਣੇ ਆ, ਇੱਥੇ ਨਿਜ਼ਾਮ ਇਨਸਾਫ ਦੇਖਣੇ ਆ ਤੇ ਸਾਨੂੰ ਉਹ ਜ਼ਿਆਦਾ ਬਿਹਤਰ ਲੱਗਦਾ ਬਨਿਸਬਤ ਪਾਕਿਸਤਾਨ ਦੇ। ਅਸੀਂ ਵੀ ਚਾਹੁੰਦੇ ਆ ਕਿ ਤੁਸੀਂ ਚਾਹੁੰਦੇ ਜਿਹੜਾ ਬਾਹਰ ਦਾ ਨਿਜ਼ਾਮ ਹੈ, ਜੋ ਨਿਜ਼ਾਮ ਅਸੀਂ ਇੱਧਰ ਦੇਖ ਰਹੇ ਹਾਂ ਕਿਉਂ ਨਹੀਂ ਅਸੀਂ ਇੱਥੇ ਕਿਉਂ ਨਹੀਂ ਡਿਵੈਲਪ ਹੁੰਦਾ ਇੱਥੇ ਸਾਡੇ ਕੋਲ ਇੱਥੇ। ਦੈਟ ਇਜ਼ ਅ ਪੁਆਇੰਟ। ਠੀਕ ਹੈ ਨਾ ਜੀ। ਤੇ ਮੇਰਾ ਖਿਆਲ ਇਹ ਨਜ਼ਰੀਆ ਹੈ ਖਾਨ ਦਾ ਤੇ ਮਤਲਬ ਖਾਨ ਦੀ ਸੋਚ ਜਿਹੜੀ ਹੈ ਉਹਦੀ ਸੋਚ ਹੀ ਉਹਨਾਂ ਦੇ ਸਿਸਟਮ ਦੇ ਨਾਲ 4 ਸਾਲ ਰਿਹਾ ਵੀ ਸੀ। ਉਹਨੇ ਕਿਹੜੀਆਂ ਕੋਈ ਇੱਥੇ ਇੱਕ ਤਨਕੀਦ ਹੈ ਨਾ ਬੜੀ ਵੱਡੀ, ਉਹਨੇ ਕੀ ਇੱਥੇ ਕਰ ਲਿਆ ਕਿ ਜਿਹੜਾ ਉਹਨੇ ਇਸ ਮੁਲਕ ਨੂੰ ਉਹਨਾਂ ਮੁਲਕਾਂ ਦੇ ਲੈਵਲ ਤੇ ਪਹੁੰਚਾ ਦਿੱਤਾ। ਮੇਰਾ ਖਿਆਲ ਹੈ ਉਹਨੇ ਕੋਸ਼ਿਸ਼ ਤੇ ਬਹੁਤ ਕੀਤੀ। ਉਹਨੇ ਤੁਹਾਡੇ ਪਾਸਪੋਰਟ ਦੀ ਇੱਜ਼ਤ ਹੋ ਗਈ ਸੀ, ਤੁਸੀਂ ਖੁਦ ਵੀ ਓਵਰਸੀਜ਼ ਰਹੇ, ਦੀ ਇੱਜ਼ਤ ਸੀ, ਪਾਸਪੋਰਟ ਦੀ ਇੱਜ਼ਤ, ਕਾਰਡ ਸੀ ਉਹ ਉਹਨਾਂ ਨੇ ਦਿੱਤਾ ਸੀ ਤੁਹਾਨੂੰ। ਉਸ ਤੋਂ ਬਾਅਦ ਇੰਸ਼ੋਰੈਂਸ ਸੀ ਤੁਹਾਡੀ, ਫਿਰ ਉਹਨੇ ਲੰਗਰਖਾਨੇ ਤੁਹਾਨੂੰ ਦਿੱਤੇ। ਉਹਨੇ ਅਹਿਸਾਸ ਕੀਤਾ, ਉਹਨੇ ਇਨਸਾਨੀ ਹਿਊਮਨਟੇਰੀਅਨ ਜਿਹੜੇ ਤੁਸੀਂ ਐਗਜ਼ਾਮਪਲ ਦੇ ਰਹੇ ਸੀ ਕਿ ਹਿਊਮਨਟੇਰੀਅਨ ਪ੍ਰੋਜੈਕਟਸ ਤੇ ਕੰਮ ਕੀਤਾ।